गुरु संगत तह मिलत जम त्रास मिटाई। एक अरदास पाठ कीरत की गुर रामदास राखो शरणाई। धन धन रामदास गुर जिन सिया तिनैं सवारिया। पूरी हुई करामात आप सिरजनहार धारिया। सिखी अतै संगति पार ब्रह्म कर नमस्कारिया। सिखी अतै संगति पार ब्रह्म कर नमस्कारिया। जागत जूत चवर छतर तखत दे मालक बाणी के गुहित पतत पावन सतगुरु धन धन साहिब श्री गुरु ग्रंथ साहिब महाराज जी की पवित्र हजूरी विच अकाल पुरख जी की बख्शिश रहमत के नाल सतगुरां दी चरण शरण विच धन धन साहिब श्री गुरु रामदास महाराज जी का अज गुरता गद्दी दिवस है। इस दे संबंध में ये दीवान सजाए गए सतगुरां दी चरण शरण दे विच जुड़ बैठण का सुभाग प्राप्त होया। सतगुरु कृपा करन साडा सबना का मन गुरु चरणां दे नाल सदैवी तौर ते जुड़िया रहे। अकाल पुरख जी की बख्शिश हुई है। गुरबाणी का कीर्तन धन धन रामदास गुर जिन सिरिया तिन्हें सवारिया। पूरी हुई करामात आप सिरजनहारै धारिया। सिखी अतै संगति पार ब्रह्म कर नमस्कारिया। ये पावन वचन कीर्तन के द्वारा सरवण कीते हैं। सो धन गुरु रामदास महाराज जी की अज के इस गुरपुरब के संबंध में असीं विचार करनी है। सब तो पहला श्री गुरु गोबिंद सिंह महाराज जी की बख्शिश की हुई फतेह सत्कार सहित प्रवान करनी जी। वाहिगुरु जी का खालसा वाहिगुरु जी की फतेह। श्री गुरु ग्रंथ साहिब महाराज जी की पवित्र बाणी दे विचों असीं पाठ सरवण कीता। उन्हां बचनां दा जिन्हां विच धन गुरु रामदास महाराज जी की वडियाई की गई है। सिखी अतै संगति पार ब्रह्म कर नमस्कारिया। भाई सदा ते बलवंड जी उन्हां दा एक कथन है कि सिखां ने अते संगतां ने धन गुरु रामदास महाराज नूं पार ब्रह्म करके नमस्कार की है। इहदा भाव है कि रब रूप करके उन्हां नूं जानिया है। सो इहदे तों इलावा असीं बाणी दे विचों एक वचन होर सरवण कीता सी भट कीरत जी का सवैया। एक अरदास भाट कीरत की गुर रामदास राखो शरणाई। धन गुरु रामदास महाराज जी के चरणों के विच भट कीरत जी ने यह बेनती की है कि सतगुरु कृपा करो तो मैनू अपनी शरण दे विच रख लो। राखो शरणाई का मतलब है मैनू अपनी शरण विच रख लो। मैं तुहाडी शरण विच रहना चाहुंदा।
ਇਹਦੇ ਤੋਂ ਇਲਾਵਾ ਅਸੀਂ ਹੋਰ ਵੀ ਬਹੁਤ ਸਾਰੇ ਬਚਨ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਜਿਨ੍ਹਾਂ ਅੰਦਰ ਭੱਟ ਸਾਹਿਬਾਨ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕੀਤੀ ਹੈ। ਚਾਹੇ ਉਹਨਾਂ ਨੇ ਇਹ ਸ਼ਬਦ ਕਹਿ ਦਿੱਤੇ ਨੇ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਰਾਮਦਾਸ ਮਹਾਰਾਜ ਨੂੰ ਸਮਰੱਥ ਆਖ ਦਿੱਤਾ, ਤਾਕਤ ਵਾਲਾ ਕਹਿ ਦਿੱਤਾ ਗਿਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਅੱਜ ਗੁਰਤਾ ਗੱਦੀ ਦਿਵਸ ਹੈ, ਤੇ ਇਹਦੇ ਸੰਬੰਧ ਵਿੱਚ ਅਸੀਂ ਇੱਕ ਸਵਈਆ ਬਾਣੀ ਚੋਂ ਹੋਰ ਪੜ੍ਹਦੇ ਹਾਂ। ਉਹਦੇ ਵਿੱਚ ਬਚਨ ਕੀਤਾ ਗਿਆ ਕਿ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ। ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ। ਗੁਰ ਅਮਰ ਗੁਰੂ ਸ਼੍ਰੀ ਸਤ ਕਾਲ ਜੁਗ ਰਾਖੀ ਪਤ। ਅਗਨ ਦੇਖਤ ਗਤ ਚਰਨ ਕਵਲ ਜਾਸ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਸੋ ਇਹ ਬਚਨ ਜਿਹੜੇ ਨੇ ਕੀਤੇ ਗਏ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਲ ਕੀਤੀ, ਗੁਰੂ ਅੰਗਦ ਸਾਹਿਬ ਜੀ ਦੀ ਗੱਲ ਕੀਤੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਗੱਲ ਕੀਤੀ ਹੈ। ਆਖਿਆ ਵੀ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਹਰ ਪਾਸੇ ਤੋਂ ਗੁਰੂ ਰਾਮਦਾਸ ਨੂੰ, ਭਾਈ ਜੇਠਾ ਜੀ ਨੂੰ ਹਰ ਪੱਖ ਤੋਂ ਜੋਗ ਜਾਣਿਆ, ਫਿਰ ਉਹਨਾਂ ਦਾ ਮਨ ਜਿਹੜਾ ਸੀ ਗੁਰੂ ਅਮਰਦਾਸ ਜੀ ਦਾ ਉਹ ਪਤੀਜ ਗਿਆ। ਪਤੀਜਣ ਦਾ ਭਾਵ ਸੀ ਕਿ ਉਹਨਾਂ ਨੇ ਇਹ ਜਾਣ ਲਿਆ ਕਿ ਗੁਰੂ ਨਾਨਕ ਦੀ ਜੋਤ ਦਾ ਅਸਲੀ ਹੱਕਦਾਰ, ਅਸਲ ਵਾਰਸ ਜਿਹੜਾ ਉਹ ਮੇਰੇ ਤੋਂ ਅੱਗੇ ਭਾਈ ਜੇਠਾ ਜੀ ਹਨ। ਉਹਨਾਂ ਨੇ ਇਹ ਗੱਲ ਜਿਹੜੀ ਜਾਣ ਲਈ ਗੁਰੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਜੀ ਨੇ ਇਹ ਜਾਣ ਲਿਆ ਕਿ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਲਾ ਭਾਈ ਜੇਠਾ ਹੀ ਹੈ। ਇਸੇ ਕਰਕੇ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ। ਉਹ ਬਚਨ ਹੈ ਕੀਤੇ ਕਿ ਸਭ ਵਿਦ ਮਾਨਿਓ ਮਨ। ਵੀ ਹਰ ਤਰ੍ਹਾਂ ਉਹਨਾਂ ਦਾ ਮਨ ਗੁਰੂ ਅਮਰਦਾਸ ਜੀ ਦਾ ਪਤੀਜ ਗਿਆ ਸੀ, ਮੰਨ ਗਿਆ ਸੀ। ਤਬ ਹੀ ਭਇਓ ਪ੍ਰਸੰਨ। ਤੇ ਇਹ ਮਨ ਜਦੋਂ ਹਰ ਪੱਖ ਤੋਂ ਪਰਖ ਕਰ ਲੈਂਦਾ, ਉਹਦੇ ਤੋਂ ਬਾਅਦ ਬੜਾ ਖੁਸ਼ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਨ ਕਿ ਗੁਰੂ ਨਾਨਕ ਦੇ ਘਰ ਦਾ ਵਾਰਸ ਲੱਭ ਲਿਆ। ਗੁਰੂ ਨਾਨਕ ਦੇ ਘਰ ਦਾ ਜੋ ਇਸ ਘਰ ਨੂੰ ਸੰਭਾਲਣ ਵਾਲਾ ਹੈ, ਉਹਦੀ ਚੋਣ ਹੋ ਗਈ ਹੈ। ਤੇ ਫਿਰ ਗੁਰੂ ਅਮਰਦਾਸ ਜੀ ਨੇ ਕੀ ਕੀਤਾ? ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਉਹਨਾਂ ਨੇ ਗੁਰੂ ਨਾਨਕ ਦੇ ਘਰ ਦਾ ਜਿਹੜਾ ਰਾਜ ਅਤੇ ਜੋਗ ਦਾ ਤਖਤ ਹੈ, ਉਹ ਗੁਰੂ ਰਾਮਦਾਸ ਮਹਾਰਾਜ ਦੇ ਹਵਾਲੇ ਕਰ ਦਿੱਤਾ, ਸੌਂਪ ਦਿੱਤਾ। ਔਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਭਰੀ ਸੰਗਤ ਸੀ, ਪਰਿਵਾਰ ਵੀ ਬੈਠਾ। ਅਸੀਂ ਉਹ ਇਤਿਹਾਸ ਸਰਵਣ ਕਰਦੇ ਹਾਂ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸਾਰਿਆਂ ਦੇ ਵਿੱਚ ਇੱਕ ਫੈਸਲਾ ਸੁਣਾਇਆ। ਫੈਸਲਾ ਇਹ ਸੁਣਾ ਦਿੱਤਾ ਕਿ ਮੇਰੇ ਅਸਥਾਨ ਤੇ ਗੁਰੂ ਨਾਨਕ ਦੇ ਘਰ ਦੀ ਇਸ ਜ਼ਿੰਮੇਵਾਰੀ ਨੂੰ ਸੰਭਾਲਣਾ ਭਾਈ ਜੇਠਾ ਜੀ ਦਾ ਕਾਰਜ ਹੈ। ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ। ਉਹਦਾ ਕਾਰਨ ਕੀ ਹੈ? ਗੁਰੂ ਅਮਰਦਾਸ ਮਹਾਰਾਜ ਦੇ 2 ਪੁੱਤਰ ਨੇ, ਹੋਰ ਵੀ ਬਹੁਤ ਸਾਰੇ ਸਿੱਖ ਨੇ, ਪਰ ਉਹਨਾਂ ਨੇ ਇੱਥੇ ਪਹਿਲਾਂ ਤੋਂ ਜੋ ਯੋਗਤਾ ਨੂੰ, ਕਾਬਲੀਅਤ ਨੂੰ ਵੇਖਿਆ ਜਾ ਰਿਹਾ ਸੀ, ਤੇ ਜਿਹੜੀ ਕਾਬਲੀਅਤ ਭਾਈ ਜੇਠਾ ਜੀ ਦੇ ਵਿੱਚ ਸੀ ਉਹ ਕਿਸੇ ਹੋਰ ਵਿੱਚ ਨਹੀਂ ਸੀ। ਇਸ ਪੱਖ ਤੋਂ ਉਹਨਾਂ ਨੇ ਯੋਗ ਸ਼ਖਸੀਅਤ ਦੀ ਚੋਣ ਕਰਕੇ ਸਾਰਿਆਂ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਨੂੰ ਉਸ ਤਖਤ ਤੇ ਬਿਠਾਇਆ ਜਿਹੜਾ ਗੁਰੂ ਨਾਨਕ ਦਾ ਹੈ। ਤੋ ਜਿਸ ਵਕਤ ਇਹ ਕਾਰਜ ਹੁੰਦਾ, ਸਾਰਿਆਂ ਸਿੱਖਾਂ ਅਤੇ ਸੰਗਤਾਂ ਨੇ ਗੁਰੂ ਰਾਮਦਾਸ ਜੀ ਦੇ ਅੱਗੇ ਸਿਰ ਝੁਕਾ ਦਿੱਤਾ। ਗੁਰੂ ਅਮਰਦਾਸ ਜੀ ਦੇ ਬੋਲ, ਉਹਨਾਂ ਦੇ ਬਚਨ ਜਿਹੜੇ ਨੇ, ਉਹਨਾਂ ਨੂੰ ਪ੍ਰਵਾਨ ਕਰ ਲਿਆ, ਕਬੂਲ ਕਰ ਲਿਆ। ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ, ਗੁਰੂ ਰਾਮਦਾਸ ਜੀ ਦੇ ਅੱਗੇ, ਜਿਵੇਂ ਗੁਰੂ ਅਮਰਦਾਸ ਜੀ ਦੇ ਅੱਗੇ ਉਹ ਸਿਰ ਝੁਕਾਉਂਦੇ ਸਨ, ਉਹਨਾਂ ਦਾ ਹੁਕਮ ਮੰਨਦੇ ਸਨ, ਉਹਨਾਂ ਦੇ ਬਚਨਾਂ ਦੀ ਅਗਵਾਈ ਵਿੱਚ ਚੱਲਦੇ ਸਨ, ਗੁਰੂ ਰਾਮਦਾਸ ਜੀ ਨੂੰ ਪ੍ਰਵਾਨ ਕਰ ਲਿਆ।
वो बड़ा सोहना बचन पढ़ते हैं। बाबा सुंदर जी जिहड़े कि गुरु अमरदास जी के पड़पोतरे सन, जो सतगुरु गुरु अमरदास जी ने बचन किए ने बाद में उन्होंने कलमबंद किए, क्योंकि बाबा सुंदर जी का जिहड़ा उस समय के उत्ते वो नहीं सन, उन्होंने जो सुनिया सी उस समय के बारे उन्होंने फिर बाद में बाणी का रूप दिता सी। बाबा सुंदर जी जिहड़े वो गुरु अमरदास जी के पड़पोतरे सन, तो इस करके वो वचन जिहड़े उन्होंने कीते उहदे विच जिक्र किया गया है कि मोहरी पुत सन्मुख हुआ रामदासै पैरी पाया। गुरु अमरदास जी के पुत्रां चों मोहरी ने अगे हो के सिर झुका दिता, जदों कि जिहड़ा मोहन है वो इनकारी हो गया। उन्हें ये गल जिहड़ी है उन्होंने कबूल नहीं किया। इसदा भाव है गुरु अमरदास जी के फैसले नूं उन्होंने प्रवानगी नहीं दी कि मैं नहीं ये नाल सहमत। तो गुरु अमरदास ने जां गुरु नानक साहब ने जां गुरु अंगद साहब ने जां उहदे तो बाद विच भी असीं गुरु साहिबान देखते हैं, कदे किसी के कोलों इस गल की प्रवानगी नहीं सी लई कि गुरगद्दी दे उपर किस शख्सियत नूं सुशोभित किया जाए। उहदी किसी कोलों प्रवानगी नहीं लई, किसी की सहमति नहीं लई। वो फैसला केवल ते केवल गुरु का हुंदा सी ते गुरु उस काबलियत नूं वेखदा सी कि जिन्हों ये जिम्मेवारी देनी है वो योग होना चाहिए। इसे करके वो भट्ट साहिबान के जिहड़े वचन है ना कि सब विद मानियो मन तब ही भयो प्रसन्न, राज जोग तख्त दियन गुरु रामदास। पर एक असीं वचन पढ़ते हैं भी जदों गुरु रामदास महाराज नूं गुरु नानक साहब के घर की जिम्मेवारी दी जाती है ना, उदों सतगुरु रामदास महाराज की अवस्था की है। उन्हों का वचन असीं एक बाणी विच पढ़ते हैं। उन्होंने आख्या जो हमारी बिद होती मेरे सतगुरा सा बिद तुम हर जानो आपे, हम रुलते फिरते कोई बात ना पूछता, गुर सतगुर संग कीरे हम थापे। आखिया है जेड़ी मेरी बिद सी, जो हमारी बिद, बिद का मतलब हुंदा भी जो मेरा जीवन सी, जो मेरी जिंदगी की हालत सी, जिवें दे हालातां विच मैं रहिंदा सी, वो मेरे तरह तुसीं भी जाणदे हो। क्योंकि एक तो वो शख्सियत होंदी है ना जिहड़ी किसी हालात का सामना करती है, तो दूसरा रब जां गुरु बारे असीं ये गल कह दिंदे आ भी उस हालात नूं वो जानदा, तो साडे दिल दे अंदर की है, मेरे मन में की सोच है, मेरे अंदर की भावना की है, वो मेरा गुरु जानता जां मैं जान। मैं किसी के सामने कोई गल करा, ये जरूरी नहीं है सच होगा, तो ये भी जरूरी नहीं है जिहड़ी मैं गल करा उस गल नूं जां उस हालात नूं हालत नूं जिहड़ी मैं दसां उहनूं कोई दूजा समझ लवे, उस तरह हूबहू महसूस कर ले जिवें मैं करदा पिया, तो ये गल संभव नहीं। पर एक गुरु या परमात्मा के उत्ते भरोसा हुंदा भी जो मैं महसूस करता, जो मेरे नाल वरतिया ना, वो मेरा गुरु मेरा रब जानदा। तो इसे करके गुरु रामदास जी ने आखिया जदों उन्होंने तख्त मिलिया तो उन्होंने कह दिता जो हमारी बिद होती मेरे सतगुरा सा बिद तुम हर जानो आपे। गल हुण गुरु की आ गई है, मेरा गुरु मैनू जानदा, मेरे हालात नूं जानदा। तो एक गल उत्थे फिर नाल आख दी सी, क्या हम रुलते फिरते कोई बात ना पूछता। अज जे गुरु नानक दे घर दे तख्त उत्ते भाई जेठा जी सुशोभित हो गए गुरु रामदास महाराज जी के रूप के विच, तो उन्होंने कोई ढंडोरा नहीं पिटिया भी मैं गुरु बन गया, जिवें दूसरे दावे करते हैं ना, वो दावा नहीं किया, ढंडोरा नहीं पिटिया, हौमै हंकार विच आके ते किसी तरह की कोई गल नहीं उत्थे आखी, सगों अपनी जिहड़ी मन की भावना सी इन्हां बचनां दे द्वारा उन्होंने प्रगट कर दी। वो कह दिता भी मेरी प्राप्ति नहीं है ये, मैं इन्हें योग नहीं सी भी मैनू इस घर दे विचों आ वडियाई मिलती, ये तो मेरा गुरु मेरी हालत नूं जानदा, उन्हें मेरे उत्ते किरपा की, मेरे ते त्रुठिया। मैं तो एक कीड़े की न्याई सी, मैं रुलदा फिरदा सी, कोई नहीं सी जानदा, कोई पुछदा नहीं सी, पर गुरु ने त्रुट के किरपा की ते आ थां दे दिता। हम रुलते फिरते
कोई बात ना पूछता, गुर सतगुर संग कीरे हम थापे। बहुत सियाने लोकां कदे किसी शख्स का जिहड़ा अज किसी बड़ी मजबूरी दे विच है, बड़ी मुश्किल दे विच है, जिहदे हालात बड़े बदतर ने, वो गरीब हो सकता, वो मजलूम हो सकता, वो निर्बल हो सकता, वो किसी मुसीबत विच फसिया होया हो सकता, कोई होवे। अज दे उहदे हालात वेख के ते किते उहदा मखौल ना उडाउणा, किते उहदे ते वधीकी ना करनी, किते उहदी मजबूरी का फायदा ना उठाउणा, किते उहदा निरादर ना करना। क्यों? पता नहीं आउण वाले समय दे विच उस शख्स ने किस रुतबे दे उत्ते चले जाना, किस पदवी उत्ते चले जाना, उन्हें की बन जा कोई नहीं जानता। क्योंकि दुनिया का इतिहास ये दसदा, रुलदे हुए लोग जिहड़े सन ना, जदों उन्हां दे कोल वडियाइयां मिलियां, प्राप्तियां होईयां, ते जिहड़े लोग हंकार दे कारण निरादर करते रहे ने ना, उन्हां दीयां मजबूरियां दा, उन्हां दीयां बेबसियां दा फायदा उठाउंदे रहे ने, उन्हां लोकां नूं झुकना पै गया, उन्हां लोकां नूं झुकना पै गया। क्योंकि असीं बाणी दे विच जिहड़े वचन पढ़दे हां ना, बेशक किसी रूप दे विच कोई इहनूं जाणे, पर गुरबाणी की गल जिहड़ी आ ना, इस रूप दे विच जिहड़े सतगुरु ने गल कह दी है ना, भी कदे हालात का नहीं पता हुंदा। जल ते थल कर, थल ते खूआ, कूप ते मेर करावै, धरती ते आकाश चढ़ावै, चढ़े आकाश गिरावै, पता कोई नहीं, हंकारी नहीं होना। वो बाणी का वचन असीं पढ़ते हैं ना, भगत कबीर साहब जी का, उन्होंने एक गल कह दी, कहते एवें हंकार ना कर किसी भी तरह, एक चेता रखी, अज तू हंकार करदा पिया, कल पता नहीं तेरे नाल की वापर जाना। इस करके जिंदगी च सुचेत रहिए। अज दे समय नूं देख के किसी दे उत्ते कोई उहदा निरादर, कोई उहदी मुसीबत विच फसेगा, किसी उहदी मुश्किल का फायदा ना उठाओ। पता नहीं आने वाले समय च हालात साडे नाल किहो जिहे वापर जाने ने। वो गुरु रामदास महाराज जी का असीं उन्हां दा जदों बचपन देखते हाँ, परिवारक रूप दे विच 7 साल उम्र है गुरु रामदास जी की, छोटे छोटे 2 भैन ते भरा ने, माता पिता सिर ते नहीं रहे, लाहौर विच उन्हां दा परिवार है, चाचे ताए ने, होर परिवार है, किसी ने साथ नहीं दिता। ते ये जिहड़ा समा हुंदा इहो जिहा, जदों पता होवे ना भी साडे शरीके दे विचों, साडे गुआंढियां विचों किसी दे नाल कुछ अजिहा वापरदा पिया, ते साडी मानसिकता इन्ने नीवें पੱਧਰ दी हुंदी है कि असीं सोचदे हां जिहड़े कल मरने अज मर जाण, क्योंकि इन्हां दा हिस्सा सानूं मिल जाएगा, इन्हां दी प्रॉपर्टी साडे कोल आ जाएगी। बंदे दी सोच है। जे किसी ने बांह नहीं फड़ी, किसी ने यह नहीं कहा, नानी ने नाल लै जांदा अपने नगर बासर के पिंड दे विच, नानी ने नाल लै आंदा अपने धी दे बच्चियां नूं। जदों नानी नाल लैके आई है तो लाहौर विचों किसी ने रोकिया नहीं सी कि साडे बच्चे नहीं तुसीं क्यों नाल लैके जांदे हो। पर जदों इत्थे बासर के आए ने, बासर के ही बाबा राम अमरदास जी रहण वाले ने, गुरु अमरदास महाराज जी दे तख्त, गुरु नानक दे घर दे तख्त ते वो बिराजे ने। 1534 का गुरु रामदास जी का प्रकाश है। 1540 दे विच गुरु अमरदास गुरु अंगद साहब जी के कोल जाते हैं। 1539 विच गुरु अंगद साहब को गुरगद्दी मिली है। 1540 विच गुरु अमरदास महाराज जी जिहड़े वो गुरु अंगद साहब की शरणी पै जाते हैं। तो 1540 तो बाद बहुत छेती, क्योंकि 1534 विच प्रकाश होया गुरु रामदास जी का, तो 7 साल असीं वेख लीए लाहौर विच रहे ने, तो सन आ जाती 1541। ਇਹਦਾ मतलब 1541 ਤੋਂ 42 तक गुरु अमरदास जी के कोल जा चुके सन। नाले परिवार पालते ने, नाले गुरु अमरदास जी के नाल उन्हां दी हजूरी विच बहना, उन्हां दी संगत करनी है। गोइंदवाल दे विच गए ने, तो यह भी बासर के तो उठ के गोइंदवाल चले जाते हैं नानी दे नाल।
ਸੋ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਿਆਈ ਜਿਹੜੀ ਹੈ 1554 ਦੇ ਵਿੱਚ 52 ਦੇ ਵਿੱਚ ਮਿਲਦੀ ਹੈ। ਗੁਰੂ ਅਮਰਦਾਸ ਜੀ ਨੂੰ ਗੁਰਿਆਈ ਜਿਹੜੀ ਹੈ 1552 ਵਿੱਚ 12 ਸਾਲ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਬਤੀਤ ਕੀਤੇ ਨੇ। ਪਰ ਜੇ ਕਿਤੇ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਦੇਖਦੇ ਹਾਂ, 1552 ਵਿੱਚ ਗੁਰੂ ਅਮਰਦਾਸ ਨੂੰ ਗੁਰਿਆਈ ਮਿਲੀ ਹੈ ਤੇ 1574 ਤੱਕ ਉਹਨਾਂ ਦੀ ਗੁਰਿਆਈ ਦਾ ਕਾਲ ਹੈ। ਇਹ ਲਗਭਗ ਕੋਈ 22-23 ਸਾਲ ਬਣ ਜਾਂਦੇ ਨੇ। ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਸਮਾਂ ਉਹਨਾਂ ਦੇ ਕੋਲ ਰਹੇ, ਉਹਨਾਂ ਦੀ ਹਜ਼ੂਰੀ 'ਚ ਰਹੇ ਨੇ। ਇਹਦਾ ਭਾਵ ਇਹ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਪਹਿਲੇ 27 ਸਾਲਾਂ ਦੇ ਵਿੱਚੋਂ ਲਗਭਗ 22 ਸਾਲ 23 ਸਾਲ ਦੇ ਕਰੀਬ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਬਤੀਤ ਹੋਇਆ। ਗੁਰੂ ਰਾਮਦਾਸ ਜੀ ਦੀ ਜ਼ਿੰਦਗੀ ਦਾ ਸਮਾਂ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਰਹਿ ਕੇ ਗੁਰੂ ਦੇ ਸਿਧਾਂਤ, ਇੱਥੋਂ ਦੀ ਵਿਚਾਰ, ਇੱਥੋਂ ਦੇ ਉਪਦੇਸ਼ ਸਿੱਖਿਆਵਾਂ ਜਿਹੜੀਆਂ ਪੂਰਨ ਰੂਪ ਦੇ ਵਿੱਚ ਆਪਣੇ ਅੰਦਰ ਵਸਾਲੀਆਂ। ਇਹੀ ਕਾਰਨ ਹੈ ਕਿ ਇੱਕ ਗੱਲ ਅਸੀਂ ਬੜੀ ਭਲੀ ਪ੍ਰਕਾਰ ਜਾਣਦੇ ਹਾਂ, ਗੁਰੂ ਅਮਰਦਾਸ ਜੀ 52 ਦੇ ਵਿੱਚ 1552 'ਚ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। 1553 ਦੇ ਵਿੱਚ ਉਹਨਾਂ ਨੇ ਆਪਣੀ ਧੀ ਭਾਨੀ ਦਾ ਆਨੰਦ ਕਾਰਜ ਜਿਹੜਾ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਨਾਲ ਕਰ ਦਿੱਤਾ। 1 ਸਾਲ ਦੇ ਬਾਅਦ, 1 ਸਾਲ ਤੱਕ ਉਹ ਸਮਾਂ ਜਿਹੜਾ ਇੰਨਾ ਕੁ ਲੱਗਦਾ। ਤੇ ਜਿਹੜਾ ਅਨਾਥ ਹੋਵੇ, ਜਿਹਦਾ ਸਾਥ ਕੋਈ ਨਹੀਂ ਦੇਣ ਵਾਲਾ, ਜਿਹਦੇ ਨਾਲ ਖੜਨ ਵਾਲਾ ਕੋਈ ਨਹੀਂ, ਆਪੇ ਪਰਿਵਾਰ ਨੂੰ ਪਾਲਣ ਵਾਲੇ ਨੇ, ਆਪਣੇ ਆਪ ਨੂੰ ਸੰਭਾਲਣ ਵਾਲੇ ਨੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਨਹੀਂ ਦੇਖਿਆ ਵੀ ਇਹਦੇ ਪਿੱਛੇ ਕੌਣ ਹੈ। ਉਹਨਾਂ ਨੇ ਇਹ ਦੇਖਿਆ ਇਹਦੇ ਵਰਗਾ ਕੋਈ ਦੂਜਾ ਨਹੀਂ, ਜੇਠੇ ਵਰਗਾ ਕੋਈ ਦੂਜਾ ਨਹੀਂ। ਭਾਈ ਜੇਠਾ, ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ। ਉਹ ਕਹਿੰਦੇ ਜੇਠੇ ਵਰਗਾ ਕੋਈ ਦੂਜਾ ਨਹੀਂ। ਮਾਤਾ ਜੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੀ ਵੀ ਧੀ ਦਾ ਰਿਸ਼ਤਾ ਕਰਨਾ ਕੋਈ ਯੋਗ ਬੱਚਾ ਦੇਖੋ। ਤੇ ਗੁਰੂ ਅਮਰਦਾਸ ਮਹਾਰਾਜ ਦਾ ਇੰਨਾ ਹੀ ਸਵਾਲ ਸੀ, ਕਹਿਣ ਲੱਗੇ ਸੀ ਵੀ ਯੋਗ ਕਿਹੋ ਜਿਹਾ ਹੋਣਾ ਚਾਹੀਦਾ, ਕਿ ਸਾਡੀ ਧੀ ਵਾਸਤੇ ਕਿਹੋ ਜਿਹਾ ਬੱਚਾ ਚਾਹੀਦਾ। ਧਿਆਨ ਸਾਹਮਣੇ ਮਾਤਾ ਜੀ ਦਾ ਜਿਹੜਾ ਸੀ ਉਹ ਗੁਰੂ ਰਾਮਦਾਸ ਤੇ ਪਿਆ। ਇਹਨਾਂ ਦੇ ਉੱਤੇ ਜਦੋਂ ਧਿਆਨ ਪਿਆ ਤੇ ਆਖਿਆ ਸੀ ਵੀ ਇਹ ਬੱਚਾ ਜਿਹੜਾ ਬੜਾ ਹੀ ਕਾਬਲ ਹੈ, ਬੜਾ ਕਾਬਲ ਹੈ। ਜਿਵੇਂ ਇਹਨੇ ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਰਾ ਨੂੰ ਸੰਭਾਲਿਆ, ਆਪਣੀ ਨਾਨੀ ਦਾ ਆਸਰਾ ਬਣਿਆ, ਇਹਨੇ ਕਿਰਤ ਵੀ ਕੀਤੀ ਹੈ, ਤੁਹਾਡੇ ਕੋਲ ਰਹਿ ਕੇ ਵੀ ਬਹੁਤ ਕੁਝ ਸਿੱਖਿਆ, ਸੇਵਾ ਵੀ ਕਰਦਾ ਪਿਆ। ਕਿਤੇ ਇਹੋ ਜਿਹਾ ਬੱਚਾ ਯੋਗ ਹੈ, ਇਹੋ ਜਿਹਾ ਬੱਚਾ ਮੇਰੀ ਧੀ ਦੇ ਵਾਸਤੇ ਮਿਲ ਜੇ ਤੇ ਇਹਦੇ ਨਾਲੋਂ ਹੋਰ ਕੋਈ ਦੂਸਰਾ ਚੰਗਾ ਨਹੀਂ ਹੋ ਸਕਦਾ। ਤੇ ਗੁਰੂ ਅਮਰਦਾਸ ਜੀ ਨੇ ਉਸੇ ਵਕਤ ਕਿਹਾ ਸੀ ਵੀ ਜੇ ਇਹਦੇ ਵਰਗਾ ਕੋਈ ਹੋਰ ਦੂਜਾ ਨਹੀਂ ਤੇ ਫਿਰ ਇਹਦੇ ਨਾਲ ਕਿਉਂ ਨਾ ਕਰ ਦਈਏ। ਇੱਕ ਗੱਲ ਅਸੀਂ ਇੱਥੇ ਵੇਖਣੀ ਸਮਝਾਂਗੇ ਕਿ ਜਿਹੜਾ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੇ ਤੇ ਗੋਇੰਦ ਬਾਸਰਕਾ ਪਿੰਡ ਜਿਹੜਾ ਸੀ ਇਹ ਨਾਨਕਾ ਪਿੰਡ ਹੈ ਤੇ ਗੁਰੂ ਅਮਰਦਾਸ ਜੀ ਉਸ ਪਿੰਡ ਦੇ ਨੇ। ਇਹਦਾ ਮਤਲਬ ਹੈ ਬੀਬੀ ਭਾਨੀ ਜੋ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਜਿਹੜਾ ਉਹਨਾਂ ਦਾ ਵਿਆਹ ਹੋਇਆ, ਆਨੰਦ ਕਾਰਜ ਹੋਇਆ, ਇਹ ਗੁਰੂ ਰਾਮਦਾਸ ਜੀ ਦਾ ਆਪਣੇ ਨਾਨਕੇ ਪਿੰਡ ਦੇ ਵਿੱਚ ਹੋਇਆ। ਨਾਨਕੇ ਪਿੰਡ ਵਿੱਚ ਤੋ ਗੁਰੂ ਰਾਮਦਾਸ ਮਹਾਰਾਜ ਨੂੰ ਤਾਂ ਗੁਰੂ ਅਮਰਦਾਸ ਜੀ ਨੇ ਬੜੇ ਸਮੇਂ ਤੋਂ ਪਹਿਚਾਣ ਲਿਆ ਸੀ ਵੀ ਇਹ ਬੱਚਾ ਯੋਗ ਹੈ। ਉਹ 53 ਦੇ ਵਿੱਚ ਆਨੰਦ ਕਾਰਜ ਕੀਤਾ। ਪਰ ਜਿਉਂ-ਜਿਉਂ ਗੁਰੂ ਅਮਰਦਾਸ ਜੀ ਦੇ ਨਾਲ ਰਹਿ ਕੇ ਫਿਰ ਉਥੋਂ ਦੀ ਸੇਵਾ ਸੰਭਾਲੀ ਹੈ, ਜਿੱਥੇ-ਜਿੱਥੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਸਾਰੇ ਕਾਰਜਾਂ ਦੇ ਵਿੱਚ ਉਹਨਾਂ ਨੇ ਬੜਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਦੇਖੋ ਇੱਕ ਸਮਾਂ ਇਹੋ ਜਿਹਾ ਆਇਆ ਸੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਤੇ ਤੋਹਮਤਾਂ ਵੀ ਬੜੀਆਂ ਲੱਗੀਆਂ, ਬੜਾ ਸੀ, ਕਿਉਂਕਿ ਗੁਰੂ ਨਾਨਕ ਦੀ ਵਿਚਾਰ ਨੂੰ ਸ਼ੁਰੂ ਤੋਂ ਹੀ ਖਤਮ ਕਰਨ ਦੇ ਲਈ ਬੜੇ ਯਤਨ ਹੋਏ ਨੇ, ਉਪਰਾਲੇ ਹੋਏ ਨੇ। ਗੁਰੂ ਅਮਰਦਾਸ ਜੀ ਨੂੰ ਇੱਕ ਸਮਾਂ ਆਇਆ ਸੀ ਕਿ ਗੋਇੰਦਵਾਲ ਛੱਡਣਾ ਵੀ ਪਿਆ ਸੀ, ਛੱਡਣਾ ਵੀ ਪਿਆ। ਬੜੀਆਂ ਉਹਨਾਂ ਦੇ ਉੱਤੇ ਦੋਸ਼ ਲਾ ਦਿੱਤੇ ਗਏ, ਤੋਹਮਤਾਂ ਲਾ ਦਿੱਤੀਆਂ ਗਈਆਂ। ਪਰ ਜਿਨ੍ਹਾਂ ਨੇ ਸਾਰਾ ਕੁਝ ਜਿਨ੍ਹਾਂ ਦੇ ਕੀਤਿਆਂ ਹੋਇਆ ਸੀ ਉਹਨਾਂ ਨੂੰ ਉਹ ਸਜ਼ਾ ਵੀ ਮਿਲੀ ਹੈ, ਉਹ ਸਜ਼ਾ ਵੀ ਉਹਨਾਂ ਨੂੰ ਭੁਗਤਣੀ ਪਈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੀ ਦਿੱਖ ਅਸੀਂ ਵੇਖਦੇ ਹਾਂ, ਸਾਰਿਆਂ ਨੂੰ ਬਰਾਬਰਤਾ, ਸਮਾਨਤਾ। ਇੱਥੇ ਸੰਗਤ ਤੇ ਪੰਗਤ ਜਿਹੜੀ ਸੀ ਇੱਕ ਸਾਰ ਰੂਪ ਦੇ ਵਿੱਚ ਹੈ। ਔਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿਧਾਂਤ ਹੈ ਕਿ ਪ੍ਰਥਮੇ ਪੰਗਤ ਪਾਛੈ ਸੰਗਤ। ਅਸੀਂ ਬੜੀ ਵਾਰੀ ਪਹਿਲਾਂ ਵੀ ਵਿਚਾਰ ਕੀਤੀ ਕਿ ਅਸੀਂ
ਜਦੋਂ ਵੀ ਪ੍ਰੋਗਰਾਮ ਕਰਦੇ ਆ ਨਾ, ਸਾਡਾ ਇੱਕ ਖਿਆਲ ਹੁੰਦਾ ਜੀ ਲੰਗਰ ਉਦੋਂ ਸ਼ੁਰੂ ਕਰਨਾ ਜਦੋਂ ਸਮਾਪਤੀ ਕਰਨੀ ਹੈ ਸੰਗਤ ਜੋੜਨ ਵਾਸਤੇ। ਤੇ ਇਹ ਗੱਲ ਅੱਜ ਇੱਕ ਬੜਾ ਵੱਡਾ ਸੱਚ ਬਣ ਚੁੱਕੀ ਹੈ ਕਿ ਜੇ ਲੰਗਰ ਨਾ ਕੀਤਾ ਜਾਵੇ ਤੇ ਜਿਹੜੀ ਸੰਗਤ ਦੀ ਉਮੀਦ ਹੁੰਦੀ ਆ ਨਾ ਉਸ ਪੱਧਰ ਤੇ ਆਉਂਦੀ ਨਹੀਂ, ਉਸ ਰੂਪ ਦੇ ਵਿੱਚ ਸੰਗਤ ਆਉਂਦੀ ਨਹੀਂ ਹੈ ਜੇ ਲੰਗਰ ਨਾ ਕੀਤਾ ਜਾਵੇ। ਇਹੀ ਕਾਰਨ ਹੈ ਕਿ ਸਾਰੀ ਸਮਾਪਤੀ ਦੀਵਾਨ ਦੀ ਹੋਣ ਤੋਂ ਬਾਅਦ ਲੰਗਰ ਵਰਤਾਇਆ ਜਾਂਦਾ। ਪਰ ਗੁਰੂ ਅਮਰਦਾਸ ਜੀ ਨੇ ਤਾਂ ਇਹ ਗੱਲ ਕਹੀ ਸੀ ਵੀ ਪਹਿਲਾ ਲੰਗਰ ਵਿੱਚ ਪੰਗਤ ਵਿੱਚ ਬਹਿ ਕੇ ਲੰਗਰ ਛਕ ਕੇ ਤੇ ਫਿਰ ਇੱਥੇ ਆਓ। ਇਹਦਾ ਇੱਕ ਬੜਾ ਵੱਡਾ ਕਾਰਨ ਹੈ। ਕਾਰਨ ਇਹ ਹੈ ਕਿ ਲੋਕ ਜਿਹੜੇ ਊਚ ਨੀਚ ਦਾ, ਜਾਤ ਪਾਤ ਦਾ, ਅਮੀਰ ਗਰੀਬ ਦਾ ਬੜਾ ਭੇਦ ਰੱਖਦੇ ਸਨ, ਫਰਕ ਬੜਾ ਰੱਖਦੇ ਸੀ। ਨਹੀਂ ਮੈਂ ਨਹੀਂ ਇਹਦੇ ਲਾਗੇ ਬਹਿ ਸਕਦਾ, ਨੀਵੀਂ ਜਾਤ ਵਾਲਾ, ਇਹ ਨੀਚ ਹੈ, ਇਹ ਸਾਡੇ ਬਰਾਬਰ ਨਹੀਂ ਹੈ, ਕਿਵੇਂ ਬਹਿ ਸਕਦਾ। ਅੱਜ ਵੀ ਇਹ ਹਾਲਾਤ ਨੇ। ਹੋਰਨਾਂ ਦੀ ਤਾਂ ਗੱਲ ਕਰੀ, ਸਿੱਖਾਂ ਦੇ ਵਿੱਚ ਨੇ, ਇਹ ਮੇਰੇ ਬਰਾਬਰ ਕਿਵੇਂ ਹੋ ਸਕਦਾ, ਇਹ ਮੇਰੇ ਵਰਗਾ ਕਿਵੇਂ ਹੋ ਸਕਦਾ, ਮੈਂ ਨਹੀਂ ਇਹਦੇ ਨਾਲ ਬਹਿਣਾ। ਪਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਉੱਥੇ ਬਹਿ ਕੇ ਇੱਕ ਦੇ ਨਾਲ ਪੰਗਤ ਵਿੱਚ ਲੰਗਰ ਨਹੀਂ ਛਕ ਸਕਦਾ, ਸੰਗਤ ਵਿੱਚ ਆਉਣ ਦਾ ਅਧਿਕਾਰੀ ਨਹੀਂ ਆ, ਨਾ ਆਵੇ। ਕੁਛ ਨਹੀਂ ਉਹਨੇ ਸਿੱਖਣਾ ਇੱਥੇ ਆ ਕੇ। ਜੇ ਤੇ ਅਸੀਂ ਆਪਣੀ ਹਉਮੈ ਦੇ ਨਾਲ ਆ ਰਹੇ ਆ ਨਾ, ਆਪਣੇ ਅਹੁਦੇ ਨੂੰ, ਆਪਣੀ ਪਦਵੀ ਨੂੰ, ਆਪਣੇ ਰੁਤਬੇ ਨੂੰ ਸਾਹਮਣੇ ਰੱਖ ਕੇ ਆ ਰਹੇ ਆ ਨਾ, ਕੱਖ ਨਹੀਂ ਇੱਥੋਂ ਲੈਣਾ, ਕੁਛ ਨਹੀਂ ਸਿੱਖਣਾ। ਤੇ ਹਕੀਕਤ ਅੱਜ ਬੜੀ ਵੱਡੀ ਇਹ ਬਣ ਗਈ ਹੈ ਕਿ ਗੁਰੂ ਦੇ ਘਰ ਦੀ ਸੇਵਾ ਦੀ ਲੋੜ ਤਾਂ ਹੈ, ਪਰ ਗੁਰੂ ਦੀ ਵਿਚਾਰ ਨਾਲ ਸੰਬੰਧ ਸਾਡਾ ਕੋਈ ਨਹੀਂ। ਸਿੱਖਿਆ ਦੀ ਲੋੜ ਨਹੀਂ ਹੈ, ਸੇਵਾ ਦੀ ਤਾਂ ਲੋੜ ਹੈ, ਸਿੱਖਿਆ ਦੀ ਲੋੜ ਕੋਈ ਨਹੀਂ ਹੈ। ਸਾਨੂੰ ਇੱਥੋਂ ਦੀ ਵਿਚਾਰ ਦੇ ਨਾਲ, ਇੱਥੋਂ ਦੇ ਸਿਧਾਂਤਾਂ ਦੇ ਨਾਲ ਕੋਈ ਵਾਸਤਾ ਨਹੀਂ ਹੈ, ਪਰ ਮੈਨੂੰ ਸੇਵਾ ਮਿਲ ਜੇ। ਸਾਡਾ ਦਾਅਵਾ ਸਾਰਿਆਂ ਦਾ ਹੀ ਹੈ, ਪੂਰੀ ਕੌਮ ਦੇ ਵਿੱਚ ਇਹੀ ਹਾਲ ਬਣ ਗਿਆ। ਇਹ ਬੜਾ ਵੱਡਾ ਦੁਖਾਂਤ ਹੈ। ਇਹੀ ਕਾਰਨ ਹੈ ਕਿ ਜਿਹੜਾ ਪ੍ਰਚਾਰ ਸੀ, ਪ੍ਰਚਾਰ ਦੇ ਥਾਂ ਤੇ ਵਪਾਰ ਹੋਇਆ ਤੇ ਹੋ ਰਿਹਾ। ਖੈਰ, ਗੁਰੂ ਅਮਰਦਾਸ ਮਹਾਰਾਜ ਨੇ ਜੇ ਗੋਇੰਦਵਾਲ ਦੇ ਵਿੱਚ ਬੌਲੀ ਬਣਾਈ ਹੈ ਤੇ ਉਹਦੀ ਵੀ ਇਹੀ ਵਖਰੇਵੇਂ ਮਿਟਾਉਣ ਵਾਸਤੇ ਸਨ। ਗੁਰੂ ਰਾਮਦਾਸ ਮਹਾਰਾਜ ਨੂੰ ਇੱਕ ਵਕਤ ਆਇਆ ਸੀ ਕਿ ਗੁਰੂ ਅਮਰਦਾਸ ਜੀ ਨੇ ਚੋਣ ਕੀਤੀ ਸੀ। ਅਕਬਰ ਲਾਹੌਰ ਵਿੱਚ ਠਹਿਰਿਆ ਤੇ ਬੜੀਆਂ ਤੋਹਮਤਾਂ ਲਾ ਦਿੱਤੀਆਂ ਗੁਰੂ ਅਮਰਦਾਸ ਤੇ ਵੀ ਗੋਇੰਦਵਾਲ ਦੇ ਵਿੱਚ ਆ ਕੁਝ ਵਾਪਰਦਾ ਪਿਆ ਤੇ ਇਹ ਦੂਜੇ ਧਰਮਾਂ ਦੀ ਹਾਨੀ ਕਰਦੇ ਪਏ ਨੇ, ਕਿਉਂਕਿ ਇਹਨਾਂ ਨੇ ਸਾਰਾ ਜਾਤ ਪਾਤ ਵਾਲਾ ਸਿਸਟਮ ਹੀ ਮੁਕਾ ਕੇ ਰੱਖ ਦਿੱਤਾ। ਜਦੋਂ ਅਕਬਰ ਦੇ ਅੱਗੇ ਸ਼ਿਕਾਇਤਾਂ ਹੋਈਆਂ, ਉਹਨੇ ਤਲਬ ਕੀਤਾ ਗੋਇੰਦਵਾਲ ਦੇ ਵਿੱਚ ਗੁਰੂ ਅਮਰਦਾਸ ਨੂੰ ਵੀ ਤੁਹਾਡੇ ਉੱਤੇ ਆਹ ਦੋਸ਼ ਲੱਗੇ ਨੇ, ਆ ਕੇ ਸਪਸ਼ਟੀਕਰਨ ਦਿਓ। ਤੇ ਉਦੋਂ ਵੀ ਗੁਰੂ ਅਮਰਦਾਸ ਜੀ ਨੇ ਆਪਣੇ ਅਸਥਾਨ ਤੇ ਭਾਈ ਜੇਠਾ ਜੀ ਨੂੰ ਲਾਹੌਰ ਭੇਜਿਆ ਸੀ। ਤੇ ਭਾਈ ਜੇਠਾ ਜੀ ਦੀ ਕਾਬਲੀਅਤ ਕੀ ਸੀ? ਅਕਬਰ ਦੇ ਸਾਹਮਣੇ ਸਿੱਖੀ ਨੂੰ, ਸਿੱਖੀ ਵਿਚਾਰ ਨੂੰ, ਸਿੱਖ ਸਿਧਾਂਤਾਂ ਨੂੰ ਇਸ ਰੂਪ ਦੇ ਵਿੱਚ ਪੇਸ਼ ਕਰ ਦਿੱਤਾ। ਜਿਹੜੇ ਦੋਸ਼ ਲਾਉਂਦੇ ਰਹੇ, ਤੋਹਮਤਾਂ ਲਾਉਂਦੇ ਰਹੇ ਸਨ, ਚੁੱਪ ਕਰ ਗਏ। ਤੇ ਉਲਟਾ ਅਕਬਰ ਉਹਨਾਂ ਪ੍ਰਭਾਵਿਤ ਹੋਇਆ ਸੀ। ਉਹਨੇ ਕਿਹਾ ਮੈਂ ਆਪ ਇਹੋ ਜਿਹਾ ਥਾਂ ਜਾ ਕੇ ਵੇਖਾਂਗਾ। ਇਹੀ ਕਾਰਨ ਸੀ ਕਿ ਅਕਬਰ ਗੋਇੰਦਵਾਲ ਦੇ ਵਿੱਚ ਆਇਆ। ਉਹਨੇ ਕਿਹਾ ਜਦੋਂ ਇਹੋ ਜਿਹੀਆਂ ਗੱਲਾਂ ਜਦੋਂ ਸੁਣੀਆਂ ਨਾ ਭਾਈ ਜੇਠਾ ਜੀ ਦੇ ਕੋਲੋਂ ਵੀ ਸਿੱਖੀ ਤਾਂ ਇਹੋ ਜਿਹੀ ਹੈ, ਉਹ ਕਹਿੰਦਾ ਮੈਂ ਆਪ ਜਾ ਕੇ ਇਹੋ ਜਿਹਾ ਥਾਂ ਵੇਖਣਾ ਚਾਹੁੰਦਾ। ਸੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਹਰ ਪੱਖ ਤੋਂ ਉਹਨਾਂ ਨੂੰ ਯੋਗ ਜਾਣਿਆ। ਤੇ ਜਿਸ ਦਿਨ ਉਹ ਵਕਤ ਆਇਆ ਸੀ, ਉਦੋਂ ਕਿਸੇ ਦੀ ਸਲਾਹ ਨਹੀਂ ਲਈ। ਮੈਂ ਪਹਿਲਾਂ ਇੱਕ ਵਿਚਾਰ ਕੀਤੀ ਹੈ ਕਿ ਗੁਰੂ ਨੇ ਜਦੋਂ ਆਪਣੇ ਥਾਂ ਤੇ ਕਿਸੇ ਦੂਸਰੀ ਸ਼ਖਸੀਅਤ ਨੂੰ ਜ਼ਿੰਮੇਵਾਰੀ ਸੌਂਪਣ ਦਾ ਕਾਰਜ ਕਰਨਾ ਸੀ ਨਾ, ਫੈਸਲਾ ਕਰਨਾ ਸੀ, ਉਦੋਂ ਉਹਨਾਂ ਨੇ ਦੂਜਿਆਂ ਦੀ ਹਮਾਇਤ ਨਹੀਂ ਲਈ। ਉਦੋਂ ਉਹਨਾਂ ਨੇ ਦੂਜਿਆਂ ਦੇ ਕੋਲੋਂ ਸਲਾਹ ਮਸ਼ਵਰਾ ਨਹੀਂ ਪੁੱਛਿਆ, ਕਿਉਂਕਿ ਫੈਸਲਾ ਗੁਰੂ ਨੇ ਕਰਨਾ। ਯੋਗਤਾ ਗੁਰੂ ਨੇ ਵੇਖਣੀ ਹੈ, ਕਾਬਲੀਅਤ ਗੁਰੂ ਨੇ ਵੇਖਣੀ ਹੈ। ਜਿਵੇਂ ਅਸੀਂ ਬਾਣੀ ਦੇ ਵਿੱਚੋਂ ਬਹੁਤ ਸਾਰੇ ਬਚਨ ਪੜ੍ਹਦੇ ਆ ਨਾ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਮਿੱਤਰ, ਦੋਸਤ, ਭਰਾ ਤਾਂ ਉਹ ਹੈ ਜਿਹੜਾ ਗੁਰੂ ਦੀ ਗੱਲ ਮੰਨਦਾ ਪਿਆ। ਗੁਰੂ ਦਾ ਸੰਬੰਧੀ ਇਸ ਰੂਪ ਦੇ ਵਿੱਚ ਤਾਂ ਉਹ ਹੈ ਨਾ, ਸਿੱਖ ਤਾਂ ਉਹ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਹੈ। ਭਾਣੇ ਵਿੱਚ ਦਾ ਮਤਲਬ ਹੁੰਦਾ ਜਿਹੜਾ ਗੁਰੂ ਦੀ ਗੱਲ ਨੂੰ ਮੰਨਣ ਵਾਲਾ ਹੈ। ਤੇ ਜਿਹੜਾ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ, ਗੁਰੂ ਦਾ ਸਿੱਖ ਕਿਵੇਂ ਬਣ ਗਿਆ, ਗੁਰੂ ਦਾ ਭਾਈ ਕਿਵੇਂ ਬਣ ਗਿਆ, ਗੁਰੂ ਦਾ ਮਿੱਤਰ ਕਿਵੇਂ ਬਣ ਗਿਆ। ਗੁਰੂ ਦਾ ਸਾਡਾ ਹਰ ਇੱਕ ਰੂਪ, ਜਿਵੇਂ ਸਾਡੇ ਰਿਸ਼ਤੇਦਾਰ ਨੇ, ਪਰਿਵਾਰ ਹੈ, ਉਸ ਰੂਪ ਦੇ ਵਿੱਚ ਸਤਿਗੁਰੂ ਸਾਡੇ ਨਾਲ, ਉਹ ਸਾਡਾ ਆਸਰਾ ਹੈ।
पर यह भी तो वेखना ना भी जेड़ा बंदा गुरु नूं अपना आसरा बना रहा कि वह गुरु की गल भी मनदा पिया कि नहीं। ते गुरु अमरदास महाराज ने यह वेखिया सी कि गुरु के कहनी ते कथनी नूं अपनाउण वाली शख्सियत कौन है। ते जदों चोण की सलाह नहीं लई, मशवरा नहीं किया, पुछया नहीं, हमायत नहीं लई, फैसला अपना सुनाया गुरु ने कि इस सिंघासन नूं ये राज अते जोग दे तख्त नूं संभालण दे काबिल भाई जेठा है। जदों गुरियाई दित्ती ते भाई जेठा जी ने निमरता की हद पार कर दी सी। जदों कह दिता सी मेरी हालत नूं तुसीं जाणदे हो, तुहाडे लड़ लगे आ, अज कीड़े नूं चुक के इस थां ते बिठाया, ये तो गुरु की वडियाई है, ये मेरी प्राप्ति नहीं है, ये गुरु की बख्शिश है। ते जिस दिन क्योंकि गुरु अमरदास महाराज 1574 ਦੇ ਵਿੱਚ श्री गुरु रामदास ਨੂੰ ਆਪਣੇ ਅਸਥਾਨ ਤੇ ਸੁਸ਼ੋਭਿਤ ਕਰਦੇ ਪਏ ਨੇ। 1574 ਤੋਂ ਲੈ ਕੇ ਤੇ 1581 ਤੱਕ श्री गुरु रामदास महाराज ने गुरता गद्दी की जिम्मेवारी संभाली 7 साल। ਤੇ ਉਹਨਾਂ 7 ਸਾਲਾਂ ਦੇ ਵਿੱਚ श्री गुरु रामदास महाराज ने बहुत ਵੱਡੇ ਕਾਰਜ ਕੀਤੇ। ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਵਿਚਾਰ ਇਸ ਸੰਬੰਧ ਕੀਤੀ ਸੀ ਜਦੋਂ गुरु रामदास जी का ज्योति जूत पुरब मनाया गया 20 तरीक, शायद 21 तरीक को मनाया गया। श्री गुरु रामदास महाराज जी का जोड़ा गुरता गति का काल है, वो मैं कुछ को 1-2 जड़ियाँ गल्लां ने वो करके समाप्ति करनी है। श्री गुरु रामदास महाराज की कोल संगत आउंदी है, उस संगत दे विच कुछ सिख आए। उन्हां सिखां दे विच एक सिख का नाम है भाई पारू, भाई बसंत। इन्हां सिखां ने आके गुरु रामदास महाराज के जो चरणों से नमस्कार की है तो बैठे ने कीर्तन सुनिया। सुन के ते इन्हां ने जो बाद में एक वक्त हुंदा जो कीर्तन की समाप्ति हुंदी सी, फिर सिख संगतां जिहड़ियां गुरु नाल गलबात करदियां ने, जिहड़े सवाल हुंदे सी, जिहड़े शंके हुंदे सी, गुरु नाल निवृत्त कीते जाते। सतगुरु फिर गलबात नाल विचार दे नाल उन्हां नूं गुरु की मत दसदे ने। उन्हां सिखां ने गुरु अगे एक बेनती की है कि महाराज असीं 2 गल्लां तुहाडे अगे रखणीआं। पहली गल ये है भी जन्म मरण तो बचीए किवें सानूं जन्म मरण तो साडा बचाव जी। दूजी गल उन्होंने आखी है परिवार का सुधार किवें होवे, जिहनूं असीं अज बहुत घट गिणती दे विच इस पक्ष तो वेखदे। मैं तो धर्मी होवां कोई गल नहीं, मेरा पुत की करदा, मेरा पुत्र पोतरा की करदा, कोई परवाह नहीं, मैनूं कोई गल नहीं। अजे बच्चों के खाण पीण की उम्र है, दुखांत है, जथेदारी मैनूं ते चाहीदी है, सरदारी मैनूं ते चाहीदी, उहदा मैनूं ते चाहीदा, पर मैं ये नहीं वेखना भी मेरा घर किहो जिहा। इस नाल किसी का संबंध नहीं होना चाहिए। दुखांत सिक्खी दे विच आई वड्डी गिरावट है। यही कारण है कि जदों असीं वड्डियां जथेदारां नूं देखांगे ना, जिहड़ा भी किसी थां दे उत्ते कोई भी बंदा होवे, जथेदार नाम अपने नाम दे नाल तां ला लैंदा, फलाना जथेदार, फलाना सिंह जथेदार, पर जे किते उन्हां दा सच देख लिया जावे ते वो कुछ होर हुंदा। खैर उन्हां सिखां ने बेनती की है भी एक तो असीं चाहुंदे आ भी साडा जन्म मरण कट्टिया जाए, दूजी बेनती ये है परिवार सुधार किवें होवे। ते एक बचन भाई गुरदास जी ने जो गुरु रामदास जी के सिखां की गल की है ना, ये जिहड़े सिखां ने बेनती की है ना, इन्हां दे नाम इसे ही नाम नाल जाने गए ने, ये परिवार सुधार वाले ने, परिवार नूं सवारन वाले ने। असीं गुरु के दर उत्ते आउंदे आ ना, असीं नहीं समझते कि मेरा पुत, मेरा पुत्रा, मेरे बच्चे साडे नाल साडे इत्थे आउण थां ते। क्यों कि जदों असीं बजुर्ग हो जाने, सानूं ही उदों गुरु की गल सुननी आउंदी, बच्चिआं नूं नहीं। ते बाद विच की कहांगे, बाद विच असीं दोष देना, प्रचारकां दा दोष, कमेटी का दोष, श्रोमणी कमेटी का दोष, प्रचार नहीं हैगा, यह गल्लां दसदे आ। ते असीं खड़दे कित्थे आ, घुम्मण ते लै जांगे, फन सिटी लै जांगे, पार्कां च लै जांगे,
ਅਸੀਂ ਉਚੜੀਆ ਘਰ ਵੇਖਣ ਵਾਸਤੇ ਲੈ ਜਾਾਂਗੇ, ਪਿਕਨਿਕ ਮਨਾਉਣ ਵਾਸਤੇ ਤਾਂ ਲੈ ਜਾਾਂਗੇ ਬੱਚਿਆਂ ਨੂੰ, ਨਹੀਂ ਇੱਥੇ ਨਹੀਂ, ਇੱਥੇ ਨਹੀਂ, ਇੱਥੇ ਆ ਕੇ ਥੋੜਾ ਕੁਝ ਸਿੱਖਣ ਵਾਲਾ ਹੈਗਾ। ਤੇ ਇੱਕ ਦੁਖਾਂਤ ਕਿ ਸੱਚਮੁੱਚ ਜਿਹੜੇ ਇਸ ਰਾਹ ਉੱਤੇ ਤੁਰੇ ਨੇ ਉਹਨਾਂ ਨੂੰ ਬੰਦੇ ਨਹੀਂ ਸਮਝਿਆ ਜਾ ਰਿਹਾ। ਜਿਸ ਰਾਹ ਉੱਤੇ ਤੁਰੇ ਨੇ ਨਾ ਉਹਨਾਂ ਨੂੰ ਬੰਦੇ ਨਹੀਂ ਸਮਝਿਆ ਜਾ ਰਿਹਾ। ਤੇ ਸਾਡੀ ਨੌਜਵਾਨ ਪੀੜ੍ਹੀ ਜਾਂ ਸਾਡੇ ਬੱਚੇ ਇਹ ਵੀ ਦੇਖਦੇ ਪਏ ਨੇ ਵੀ ਇਸ ਰਾਹ ਤੁਰ ਕੇ ਮੈਂ ਖੱਟਣਾ ਕੀ ਆ, ਮੈਨੂੰ ਕੀ ਮਿਲੇਗਾ, ਮੈਨੂੰ ਮਿਲੇਗਾ ਕੀ, ਕਿਉਂਕਿ ਮੈਂ ਤਾਂ ਵੇਖਦਾ ਨਾ ਕਿ ਕਿੰਨੀ ਇੱਜ਼ਤ ਹੈ, ਕਿੰਨੀ ਕਪੱਤ ਹੈ ਜਿਹੜੇ ਇਸ ਰਾਹ ਉੱਤੇ ਤੁਰੇ ਨੇ। ਤੇ ਜੇ ਉਹ ਵੀ ਛੱਡਣ ਨੂੰ ਫਿਰਦੇ ਨੇ, ਜੇ ਉਹ ਵੀ ਸਾਰਾ ਕੁਝ ਤਿਆਗਣ ਨੂੰ ਫਿਰਦੇ ਨੇ, ਤਾਂ ਅਸੀਂ ਬੱਚਿਆਂ ਨੂੰ ਕਿਵੇਂ ਤੋਰਾਂਗੇ? ਪ੍ਰਚਾਰ ਦੀ ਦੁਹਾਈ ਤਾਂ ਦੇਵਾਂਗੇ, ਰੌਲਾ ਤੇ ਪਾਵਾਂਗੇ, ਪਰ ਹਕੀਕਤ ਜਿਹੜੀ ਉਹਨੂੰ ਨਹੀਂ ਸਮਝਾਂਗੇ, ਹਕੀਕਤ ਨੂੰ ਨਹੀਂ ਜਾਣਾਂਗੇ। ਉਹ ਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਸਿੱਖਾਂ ਨੇ ਵੀ ਮਹਾਰਾਜ ਦੋ ਬੇਨਤੀਆਂ ਨੇ, ਇੱਕ ਤਾਂ ਜਨਮ ਮਰਨ ਕੱਟਿਆ ਜਾਵੇ, ਦੂਜਾ ਪਰਿਵਾਰ ਸੁਧਾਰ ਹੋਵੇ। ਗੁਰੂ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਆਖਿਆ ਸੀ, ਜਨਮ ਮਰਨ ਕੱਟਿਆ ਜਾਂਦਾ, ਪਰਿਵਾਰ ਸੁਧਾਰ ਵੀ ਹੋਵੇਗਾ। ਜੀਵਨ ਨੂੰ ਸਵਾਰ ਲਓ ਆਪਣੇ, ਜੋ ਆਪ ਅਪਣਾਉਣਾ ਆਪਣੇ ਪਰਿਵਾਰ ਨੂੰ ਵੀ ਕਹੋ, ਆਪਣੇ ਪਰਿਵਾਰ ਨੂੰ ਪ੍ਰੇਰਨਾ ਦਿਓ। ਤੇ ਜਨਮ ਮਰਨ ਕੱਟਣ ਦਾ ਤਰੀਕਾ ਦੱਸ ਦਿੱਤਾ ਸੀ। ਇੱਕ ਅਕਾਲ ਦੇ ਨਾਲ ਆਪਣਾ ਚਿੱਤ ਜੋੜ ਲਓ। ਜਿਹੜੀ ਮਰਜ਼ੀ ਅਸੀਂ ਕਿਰਤਕਾਰ ਕਰਦੇ ਹਾਂ, ਜਿਹਨੂੰ ਧਰਮ ਦੀ ਕਿਰਤ ਕਿਹਾ ਜਾਂਦਾ, ਕਿਰਤਕਾਰ ਕਰਦੇ ਹਾਂ, ਆਪਣੇ ਵਿਹਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਪਏ ਹਾਂ, ਪਰ ਸਾਰੇ ਕੰਮ ਕਰਦਿਆਂ ਹੋਇਆਂ ਆਪਣੀ ਕਿਰਤ ਦੇ ਵਿੱਚ, ਆਪਣੇ ਵਿਹਾਰ ਦੇ ਵਿੱਚ ਆਪਣਾ ਚਾਲ ਚੱਲਣ ਜਿਹੜਾ ਉਹਨੂੰ ਉੱਚਾ ਰੱਖਿਆ ਜੇ, ਆਪਣੇ ਚਰਿੱਤਰ ਨੂੰ ਉੱਚਾ ਰੱਖਿਆ ਜੇ, ਆਪਣੀ ਵਿਚਾਰ ਨੂੰ, ਆਪਣੀ ਸੋਚ ਨੂੰ ਨੀਵੀਂ ਨਾ ਹੋਣ ਦਿਆ ਜੇ। ਧਰਮ ਦੀ ਕਿਰਤ ਆਪੇ ਹੀ ਬਣ ਜਾਣੀ ਹੈ। ਜਿਸ ਦਿਨ ਸਾਡੀ ਸੋਚ ਉੱਚੀ ਹੋ ਗਈ, ਸਾਡੀ ਕਿਰਤ ਧਰਮ ਦੀ ਕਿਰਤ ਬਣੇਗੀ। ਕੰਮ ਅਸੀਂ ਜਿਹੜਾ ਮਰਜ਼ੀ ਕਰ ਲਈਏ, ਸਾਡੀ ਸੋਚ ਨੀਵੇਂ ਪੱਧਰ ਦੀ ਹੋ ਗਈ ਹੈ ਨਾ, ਫਿਰ ਸਾਡੀ ਧਰਮ ਦੀ ਕਿਰਤ ਨਹੀਂ ਹੋਵੇਗੀ, ਸਾਡੀ ਠੱਗੀ ਵੀ ਹੋਵੇਗੀ, ਕਿਉਂਕਿ ਨੀਵੀਂ ਸੋਚ ਨਾਲ ਮਾਰੀ ਜਾਂਦੀ ਹੈ। ਧੋਖਾ ਨੀਵੀਂ ਸੋਚ ਨਾਲ ਮਾਰਿਆ ਜਾਂਦਾ, ਕੀਤਾ ਜਾਂਦਾ, ਕਿਸੇ ਦੇ ਕੋਲੋਂ ਖੋਇਆ ਜਾਂਦਾ, ਕਿਸੇ ਨੂੰ ਲੁੱਟਿਆ ਜਾਂਦਾ, ਕਿਸੇ ਨੂੰ ਬਰਬਾਦ ਕੀਤਾ ਜਾਂਦਾ, ਨੀਵੀਂ ਸੋਚ ਨਾਲ ਕੀਤਾ ਜਾਂਦਾ, ਉੱਚੀ ਸੋਚ ਨਾਲ ਨਹੀਂ। ਤੇ ਗੁਰੂ ਨੇ ਕਿਹਾ ਸੀ ਆਪਣੀ ਸੋਚ ਉੱਚੀ ਰੱਖੀ, ਜਨਮ ਮਰਨ ਆਪੇ ਹੀ ਕੱਟਿਆ ਜਾਣਾ। ਕਿਉਂਕਿ ਬੰਦਾ ਆਪਣੀ ਸੋਚ ਦੇ ਨਾਲ ਜਿਸ ਦਿਨ ਆਪਣੇ ਮਿਆਰ ਤੋਂ ਨੀਵਾਂ ਹੋ ਗਿਆ ਨਾ, ਬੰਦਾ ਹੀ ਨਹੀਂ ਰਿਹਾ। ਗੁਰੂ ਨੇ ਇੱਕ ਬੜਾ ਵੱਡਾ ਫੈਸਲਾ ਦਿੱਤਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕੰਮ ਤਾਂ ਪਸ਼ੂਆਂ ਵਾਲੇ ਨੇ ਤੇ ਵੇਖਣ ਨੂੰ ਬੰਦਾ ਲੱਗਦਾ, ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਜਨਮ ਦੇ ਨਾਲ ਤਾਂ ਵੇਖਿਆ ਹੀ ਨਹੀਂ ਨਾ ਗਿਆ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਗੁਰੂ ਨਾਨਕ ਦੇ ਘਰ ਦਾ ਫੈਸਲਾ ਵੀ ਤੇਰੀ ਜਾਤ, ਤੇਰੀ ਇੱਜ਼ਤ ਉਹ ਹੈ ਜਿਹੜੇ ਤੂੰ ਕੰਮ ਕਰਦਾ, ਤੇਰੀ ਕਰਤੂਤ ਹੈ ਨਾ ਜਿਹੜੀ, ਤੇਰੀ ਜਾਤ ਉਹ ਹੈ। ਤੂੰ ਕੱਪੜੇ ਕਿਹੜੇ ਪਾਏ ਨੇ, ਤੂੰ ਕਿਹੜੀ ਕੁੱਲ ਨਾਲ, ਕਿਹੜੀ ਜਾਤ ਨਾਲ ਸੰਬੰਧ ਰੱਖਦਾ, ਤੇਰੇ ਘਰ ਵਿੱਚ ਕਿੰਨੇ ਪਦਾਰਥ ਨੇ, ਇਹ ਨਹੀਂ ਵੇਖਿਆ। ਗੁਰੂ ਨੇ ਕਿਹਾ ਸੀ ਮੈਂ ਤੇਰੇ ਕੰਮ ਦੇਖੇ, ਤੇਰੀ ਸੋਚ ਦੇਖੀ ਹੈ। ਜੇ ਉਹ ਨੀਵੇਂ ਪੱਧਰ ਦੀ ਆ ਨਾ, ਤੇ ਚੇਤਾ ਰੱਖੀ ਤੂੰ ਉੱਚਾ ਨਹੀਂ ਹੋ ਸਕਦਾ। ਇਹ ਪਸ਼ੂਆਂ ਦੇ ਵਿੱਚ ਗਿਣ ਦਿੱਤਾ ਸੀ। ਉਹ ਬਾਣੀ ਦਾ ਇੱਕ ਬਚਨ ਅਸੀਂ ਹੋਰ ਪੜ੍ਹਦੇ ਹਾਂ, ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਕਾਇਨ ਤਿੰਨ ਗਲ ਤਾਗ। ਮਾਨਸ ਖਾਣੇ, ਮਾਨਸ ਖਾਣੇ ਦਾ ਅਰਥ ਇਹ ਹੈ ਜਿਹੜੇ ਬੰਦਿਆਂ ਨੂੰ ਖਾ ਲੈਂਦੇ ਨੇ। ਬੰਦਾ ਬੰਦੇ ਨੂੰ ਖਾਂਦਾ, ਅਸੀਂ ਸਾਰੇ ਕਵਾਂਗੇ ਵੀ ਨਹੀਂ, ਇਹਦੇ ਵਰਗਾ ਵੱਡਾ ਗੁਨਾਹ ਕੋਈ ਨਹੀਂ। ਬੰਦਾ ਬੰਦੇ ਦਾ ਮਾਸ ਨਹੀਂ ਖਾਂਦਾ, ਪਰ ਬੰਦਾ ਬੰਦੇ ਦਾ ਖੂਨ ਪੀਂਦਾ, ਬੰਦਾ ਬੰਦੇ ਨੂੰ ਖਾ ਲੈਂਦਾ। ਤੇ ਗੁਰੂ ਨੇ ਇੱਕ ਫੈਸਲਾ ਦਿੱਤਾ ਸੀ, ਜਿਸ ਦਿਨ ਦੂਜੇ ਦੀ ਕਿਰਤ ਖਾ ਲਈ, ਹੱਕ ਖਾ ਲਿਆ, ਕਿਸੇ ਦਾ ਖੋਹ ਲਿਆ, ਤੂੰ ਬੰਦੇ ਦਾ ਖੂਨ ਪੀ ਲਿਆ, ਉਹਦਾ ਤੂੰ ਉਹਨੂੰ ਖਾ ਲਿਆ। ਸੋ ਗੁਰੂ ਸਾਹਿਬ ਨੇ ਕਿਹਾ ਸੀ ਪਰਿਵਾਰ ਸੁਧਾਰ ਵੀ ਹੋਵੇਗਾ ਜਿਸ ਦਿਨ ਤੁਹਾਡੀ ਕਿਰਤ ਵਿਹਾਰ ਦੇ ਵਿੱਚ ਫਰਕ ਪਿਆ, ਤੁਹਾਡੀ ਸੋਚ ਦਾ ਮਿਆਰ ਉੱਚਾ ਹੋ ਗਿਆ, ਜੀਵਨ ਜੁਗਤ ਤੁਹਾਡੀ ਚੰਗੀ ਬਣ ਗਈ, ਉਹਦਾ ਪ੍ਰਭਾਵ ਤੁਹਾਡੇ ਬੱਚਿਆਂ ਦੇ ਉੱਤੇ ਜ਼ਰੂਰ ਪੈਣਾ। ਜੋ ਆਪ ਸਿੱਖਿਆ ਸਿਖਾਓ, ਜੋ ਆਪ ਕਰਦੇ ਹੋ, ਆਪ ਜੋ ਚੰਗੀ ਗੱਲ ਸਿੱਖਦੇ ਹੋ ਗੁਰੂ ਦੀ ਗੱਲ, ਉਹ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ। ਪਰ ਅਸੀਂ ਕਹਿੰਦੇ ਨਹੀਂ, ਸੁਣ ਕੇ ਤਾਂ ਅਸੀਂ ਆਏ ਹਾਂ, ਨਾ ਉੱਥੇ ਲੈ ਕੇ ਗਏ ਤੇ ਨਾ ਘਰ ਜਾ ਕੇ ਗੱਲ ਕਰਨੀ ਹੈ। ਸਾਡਾ ਸੰਬੰਧ ਤਾਂ ਇੱਥੇ ਨਾਲ ਹੀ ਆ ਨਾ, ਅਸੀਂ ਡਿਊਟੀ ਨਿਭਾ ਦਿੱਤੀ ਹੈ। ਪਹਿਲਾਂ ਕੀਰਤਨ ਹੋ ਗਿਆ, ਅੱਧਾ ਪੌਣਾ ਘੰਟਾ ਕੀਰਤਨ ਵੀ ਹੋਇਆ, ਅੱਧਾ ਪੌਣਾ ਘੰਟਾ ਕਥਾ ਵੀ ਹੋ ਗਈ ਹੈ। ਅਸੀਂ ਆਪਣੀ ਡਿਊਟੀ ਕਰ ਦਿੱਤੀ ਆ। ਸੁਣਨ ਵਾਲੇ ਆਏ ਨੇ, ਉਹ ਵੇਖਿਆ ਵੀ ਅੱਜ ਗੁਰਪੁਰਬ ਹੈ, ਅੱਜ ਗੁਰਪੁਰਬ ਕਰਕੇ ਇਹ ਪ੍ਰੋਗਰਾਮ ਚੱਲਦਾ ਪਿਆ। ਸੰਬੰਧ ਇੱਥੇ ਦਾ ਇੱਥੇ ਹੀ ਰਹਿ ਗਿਆ, ਇੱਥੇ ਦਾ ਇੱਥੇ।
ਇਹ ਵਿਚਾਰ ਜਿਹੜੀ ਸੀ ਨਾ ਆਪਣੇ ਘਰ ਵਿੱਚ ਪਣਪਣ ਦਿੱਤੀ ਹੈ, ਨਾ ਆਪਣੇ ਜੀਵਨ ਦੇ ਵਿੱਚ ਆਉਣ ਦਿੱਤੀ ਹੈ। ਤੇ ਇਹਨੂੰ ਨਿਗਾਰ ਕਹਿੰਦੇ ਨੇ, ਗਿਰਾਵਟ ਕਹਿੰਦੇ ਨੇ। ਜੋ ਮਰਜ਼ੀ ਅਸੀਂ ਬਾਹਰੀ ਸਰੂਪ ਬਣਾ ਲਈਏ, ਹਕੀਕਤ ਇਹ ਹੈ ਗਿਰਾਵਟ ਤੇ ਨਿਗਾਰ ਦੇ ਨਾਲ ਅਸੀਂ ਆਪਣੇ ਆਪ ਨੂੰ ਮਕਾਉਂਦੇ ਪਏ ਹਾਂ। ਦੂਜਾ, ਅਸੀਂ ਜ਼ਿੰਮੇਵਾਰ ਬਣਦੇ ਪਏ ਹਾਂ। ਇਹ ਜ਼ਿੰਮੇਵਾਰੀ ਸਾਡੀ ਹੈ ਕਿ ਜਿਹੜਾ ਅਸੀਂ ਕੌਮ ਦੀ ਗੱਲ ਕਰਦੇ ਹਾਂ, ਅਸੀਂ ਧਰਮ ਦੀ ਗੱਲ ਕਰਦੇ, ਮਤ ਦੀ ਗੱਲ ਕਰਦੇ ਹਾਂ, ਅਸੀਂ ਉਹਦੇ ਵਿੱਚ ਆਪ ਖੁਦ ਦੋਸ਼ੀ ਬਣਦੇ ਪਏ ਹਾਂ। ਕਿਉਂਕਿ ਘਰਾਂ ਪਰਿਵਾਰਾਂ ਤੋਂ ਸਾਰੀ ਗੱਲ ਚੱਲਦੀ ਹੈ, ਸ਼ੁਰੂਆਤ ਇੱਥੋਂ ਹੁੰਦੀ ਹੈ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਜੋ ਅਸੀਂ ਸਰਵਣ ਕਰਦੇ ਰਹੇ ਹਾਂ ਕਿ ਕਿਵੇਂ ਆਪਣੇ ਪਰਿਵਾਰ ਨੂੰ ਸੰਭਾਲ ਕੇ ਵੀ ਆਪਣੇ ਆਪ ਨੂੰ ਇਸ ਕਾਬਲ ਬਣਾ ਲਿਆ ਗੁਰੂ ਰਾਮਦਾਸ, ਗੁਰੂ ਅਮਰਦਾਸ ਮਹਾਰਾਜ ਨੇ, ਉਹ ਫਿਰ ਉਹਨਾਂ ਨੂੰ ਵਡਿਆਈ ਦੇ ਦਿੱਤੀ। ਉਹ ਦੋ ਬਚਨ ਜਿਹੜੇ ਨੇ ਉਹ ਇੱਥੇ ਫੇਰ ਦੁਬਾਰਾ ਮੈਂ ਸਾਂਝੇ ਕਰਨੇ ਚਾਹੁੰਦਾ। ਭੱਟ ਸਾਹਿਬਾਨ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਕਾਸ਼ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ। ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਾਰੇ ਗੱਲ ਕਹਿ ਦਿੱਤੀ ਹੈ, ਗੁਰ ਅਮਰ ਗੁਰੂ ਸ਼੍ਰੀ ਸਤ ਕਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਨ ਜਾਸ। ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਇਹ ਰਾਜ ਜੋਗ ਦਾ ਤਖਤ ਹੈ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਿਆ ਗਿਆ। ਤੇ ਗੁਰੂ ਰਾਮਦਾਸ ਜੀ ਵਡਿਆਈ ਕੀ ਹੈ? ਮੈਨੂੰ ਤਖਤ ਮਿਲਿਆ, ਮੈਂ ਵੱਡਾ ਨਹੀਂ ਹੋ ਗਿਆ, ਮੇਰੀ ਆਪਣੀ ਪ੍ਰਾਪਤੀ ਨਹੀਂ, ਮੇਰੇ ਤੇ ਮੇਰੇ ਗੁਰੂ ਦੀ ਰਹਿਮਤ ਹੈ ਜੇ ਮੈਨੂੰ ਕੋਈ ਅਹੁਦਾ ਮਿਲਿਆ, ਮੇਰੇ ਤੇ ਮੇਰੇ ਗੁਰੂ ਦੀ ਕਿਰਪਾ ਹੈ ਜੇ ਮੈਨੂੰ ਇੱਕ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਹੈ। ਤੇ ਮੈਂ ਉਹਦੇ ਕਾਬਲ ਨਹੀਂ ਸੀ, ਪਰ ਕਾਬਲੀਅਤ ਗੁਰੂ ਨੇ ਦਿੱਤੀ ਹੈ। ਗੁਰੂ ਨੇ ਇਹ ਵਡਿਆਈ ਦਿੱਤੀ ਹੈ ਤੇ ਕਿਹਾ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਹਿਬ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ ਸਾਡੇ ਸਾਰਿਆਂ ਦੀ ਸੋਚ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ, ਉਹਨਾਂ ਦੀਆਂ ਸਿੱਖਿਆਵਾਂ ਘਰ ਘਰ ਜਾਣ। ਸਾਡੇ ਅੰਦਰ ਦੋ ਚੀਜ਼ਾਂ ਜ਼ਰੂਰ ਆਉਣ ਵੀ ਆਪਣੇ ਆਪ ਨੂੰ ਕਾਬਲ ਬਣਾਇਆ ਜਾਵੇ। ਕਾਬਲ ਕੇਵਲ ਕਿਸੇ ਥਾਂ ਦੀ ਪ੍ਰਾਪਤੀ ਦੇ ਨਾਲ ਕਾਬਲੀਅਤ ਨਹੀਂ ਹੁੰਦੀ, ਕਾਬਲੀਅਤ ਦੇ ਨਾਲ ਥਾਂ ਦੀ ਯੋਗਤਾ ਵੱਧ ਜਾਂਦੀ ਹੈ, ਥਾਂ ਦੀ ਅਹਿਮੀਅਤ ਵੱਧ ਜਾਂਦੀ ਹੈ। ਤੇ ਨਹੀਂ ਤੇ ਕੁਝ ਥਾਵਾਂ ਦੇ ਉੱਤੇ ਜੇ ਅਯੋਗ ਆ ਜਾਣ ਤੇ ਉਹ ਥਾਵਾਂ ਦੀ ਅਹਿਮੀਅਤ ਨੂੰ ਘਟਾ ਦਿੰਦੇ ਨੇ। ਯੋਗ ਆ ਜਾਣ, ਕਾਬਲ ਆ ਜਾਣ ਤੇ ਥਾਵਾਂ ਦੀ ਅਹਿਮੀਅਤ ਵੱਧ ਜਾਂਦੀ ਹੈ। ਤੇ ਦੂਜੀ ਗੱਲ ਇਹ ਹੈ, ਸਾਰਾ ਕੁਝ ਹਾਸਲ ਕਰਨ ਤੋਂ ਬਾਅਦ ਵੀ ਨਿਮਰਤਾ ਦੇ ਵਿੱਚ ਕਿਹਾ ਸੀ ਵੀ ਵਡਿਆਈ ਹੈ ਗੁਰੂ ਦੀ, ਮੇਰੀ ਪ੍ਰਾਪਤੀ ਨਹੀਂ। ਸਤਿਗੁਰੂ ਕਿਰਪਾ ਰਹਿਮਤ ਕਰਨ ਸਾਡੇ ਸਾਰਿਆਂ ਦੇ ਮਨਾਂ ਅੰਦਰ ਗੁਰੂ ਦੇ ਉਪਦੇਸ਼ ਵਸ ਜਾਣ। ਗੁਰੂ ਕੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ। ਪ੍ਰਵਾਨੋਂ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।